बिस्मिल्लाहिर्रहमानिर्रहीम। अस्सलाम वालेकुम ख़वातीन और हज़रात, मैं हूं आपका जुनैद सलीम और आप देख रहे हैं देशबुक जुनैद के साथ। शो में हस्बे मामूल मेरा साथ दे रहे हैं नसीम विक्की, बब्बू राना और सुहाना सयाद। नाज़रीन, मादियत परस्ती के इस दौर में हमारे खून इतने सफ़ेद बल्कि चिट्टे सफ़ेद होते जा रहे हैं कि अपने सगे वालदैन की वफ़ात पर भी हमारी नज़रें उनकी मग़फ़रत की बजाय उनके छोड़े हुए मालो ज़र पे होती हैं। आइए आपको आज का अपना स्किट दिखाते हैं। बाजी 3 दिन हो गए ने अब्बे नूं मरिया, कल दी गल लगन डई। ਹਾਂਜੀ ਇਹ सब तो ज्यादा दुख साडे मुलाजम नूं है। ਉਹ ਕਿਵੇਂ वे कपड़े ते कपड़ा मारी जा रहा, ਉਹਨੂੰ ਇਹ ਨਹੀਂ ਪਤਾ ਸਫਾਈ ਕਿਹੜੀ ਕਰਨੀ। ਉਹ ਕਪੜਾ ਲੱਕੜੀ ਤੇ ਮਾਰੀਦਾ ਓਏ। ਭਾਈ ਮੈਨੂੰ ਤੇ ਅੱਬਾ ਹੀ ਨਜ਼ਰ ਆ ਰਿਹਾ ਨੇ, ਯਕੀਨ ਕਰੋ। ਰਾਤੀ ਮੈਂ ਸੁੱਤਾ ਪਿਆ ਸੀ, ਮੇਰੇ ਬੈੱਡ ਦੇ ਅੱਗੋਂ ਲੰਘੇ ਨੇ। ਉੱਤਰ ਚੰਗਾ ਵਰਤਾ ਕੀਤਾ ਹੋਵੇ ਨਾ ਤੇ ਰੂਹ ਅੱਗੋਂ ਨਹੀਂ ਲੰਘਦੀ, ਪਿੱਛੋਂ ਦੀ ਲੰਘਦੀ ਫਿਰ। ਅੱਗੋਂ ਕਿਹੜਾ ਨੋ ਬਾਲ ਹੋ ਜਾਂਦਾ। ਅੱਬੇ ਨੂੰ ਵੀ ਬੌਲਰ ਸਮਝਣ ਡਿਆ ਹੈ। ਆਪ ਨਹੀਂ ਮਰਿਆ, ਸਾਨੂੰ ਮਾਰ ਗਿਆ। ਬਹੁਤ ਛੇਤੀ ਕੀਤੀ ਹੈ ਬਨ ਜਾਣ ਚ। ਮੈਂ ਤੇ ਉਧਾਰ ਚੁੱਕਿਆ, फ्रूट मंगवाए ने, खत्म दवाया, कबर पक्की कराई। मेरे तो कबर ते डबल पैसे लग गए। पहले मैं गलती ना नाल दे दी करवा बैठा सी। ਅੱਬਾ ਜੂ ਮਰਿਆ ਸੀ, ਖਰਚੇ ਦੀ ਪਰਵਾਹ ਨਹੀਂ ਕੀਤੀ ਜੁਨੇਦ ਸਾਹਿਬ। ਛੋਟਾ ਪਕਾਇਆ, ਛੋਟਾ अच्छा ਮਟਨ ਕੁਲਾਂ ਵਾਲੇ ਦਿਨ। ਗਿਟਕਾਂ ਨਹੀਂ ਪੜਾਈਆਂ, ਬਦਾਮ ਪੜਾਏ ਨੇ। अच्छा ਬੋਸਕੀ ਦਾ ਕਫਨ ਪਵਾਇਆ ਅੱਬਾ ਜੀ ਨੂੰ। अब्बा जी गाना सुनन चले सी। ਬਾਜੀ ਦੱਸ ਨਾ, ਸਵੇਰ ਦਾ ਨਾਸ਼ਤਾ ਸਾਡੇ ਵੱਲੋਂ ਸੀ ਔਰ ਦੁਪਹਿਰ ਦੀ ਰੋਟੀ ਜਿਹਦੇ ਚ ਖੁੱਲਾ ਗੋਸ਼ਤ ਸੀ। खुला गोश्त नहीं, खुला शोरबा सी। ਉੱਥੇ ਪ੍ਰਾਹੁਣੇ ਵਿੱਚ 2-3 ਡੁੱਬ ਕੇ ਮਰ ਚੱਲੇ ਸਨ। ਇੱਕ ਪ੍ਰਾਹੁਣਾ ਵਿਚਾਰਾ ਦੁਆ ਕਰਨ ਡਿਆ, ਉਹਨੂੰ ਕਿਸੇ ਨੇ ਧੱਕਾ ਦੇ ਦਿੱਤਾ, ਉਹ ਸਿੱਧਾ ਸਾਲਣ ਵਾਲੀ ਦੇਗ 'ਚ ਗਿਆ। ਉੱਥੇ ਸ਼ੁਕਰ ਆ ਉਹਦਾ ਪੱਟ ਦੀ ਬੋਟੀ ਨੂੰ ਹੱਥ ਪੈ ਗਿਆ, ਵਰਨਾ ਉਹਨੇ ਦਰਾਵੀ ਤੋਂ ਨਿਕਲਣਾ ਸੀ ਜਾ ਕੇ। ਬਾਜੀ ਇਹਨਾਂ ਨੂੰ ਦੱਸੋ ਅਸਲ ਤਾਰੀਫ ਤੇ ਹੋਈ ਰਾਤ ਦੀ ਰੋਟੀ ਦੀ, ਜਿਹੜੀ ਮੈਂ ਲੈ ਕੇ ਆਇਆ। 8 ਦਾਲਾਂ ਦੀ ਹਲੀਮ ਬਣਾਈ, ਨਾਲ ਰੋਗਨੀ ਨਾਨ। ਅੱਲਾ ਨੇ ਅਜਰ ਦੇਣਾ ਤੈਨੂੰ। ਲੋ ਜਨੇਦ ਸਾਹਿਬ, ਸਾਡੇ ਗੋਸ਼ਤ ਦੇ ਮੁਕਾਬਲੇ ਤੇ ਹਲੀਮ, ਉਹ ਵੀ 8 ਦਾਲਾਂ ਦੀ, ਹਰੇ 8 ਘਰਾਂ ਚੋਂ ਮੰਗ ਕੇ ਪਕਾਈ ਸੀ। ਅੱਬਾ ਜੀ ਦੀ ਵਸੀਅਤ ਸੀ ਕਿ ਪੁੱਤਰ ਘਰੋਂ ਨਾ ਪਕਾਣਾ ਹੈ। ਹਾਂਜੀ, ਉਹਨੇ ਕਿਹਾ 8 ਘਰੋਂ ਤੋਂ ਮੰਗ ਲੈਣ। ਨਾਲੇ ਹਲੀਮ ਹੁੰਦੀ ਪੁੱਤਰ, ਗੋਸ਼ਤ ਅਸੀਂ ਜਾਣ ਕੇ ਨਹੀਂ ਪਕਾਇਆ। ਅੱਬਾ ਜੀ ਨੂੰ ਯੂਰਿਕ ਐਸਿਡ ਸੀ। अब्बा जी को यूरिक एसिड था ना, जनाजे के शोरागा को तो नहीं था। ਨਹੀਂ ਅੱਬਾ ਜੀ ਦਿਲ 'ਚ ਕਿਹੜ ਲੈ ਕੇ ਗਏ। ਉਹਨਾਂ ਨੇ ਕਿਹਾ ਪੁੱਤਰ ਜਿਹੜੀ ਸ਼ਾਇਦ ਮੈਂ ਨਹੀਂ ਖਾਂਦਾ, ਹੋਰ ਵੀ ਕੋਈ ਕਿਉਂ ਖਾਵੇ। ਦਰਦ ਇੰਨੀ ਹੁੰਦੀ ਸੀ, ਮੈਂ 3 ਘੰਟੇ ਮਰੇ ਪੈ ਦੀਆਂ ਲੱਤਾਂ ਘੁੱਟੀਆਂ ਬਾਈ ਦੀਆਂ। ਇਹਨੇ ਜ਼ਿਆਦਾ ਲੱਤਾਂ ਘੁੱਟੀਆਂ, ਅੱਬੇ ਨੇ ਮਰੇ ਨੇ ਲੱਤ ਮਾਰਤੀ। अस्सलाम वालेकुम। ਵਕੀਲ ਭਾਈ ਆ ਗਏ, ਵਕੀਲ ਆ ਗਿਆ, ਸਵਾਦ ਆ ਗਿਆ। ਓਏ ਵਕੀਲਾ ਹੋਣ ਆਇਆ ਤੂੰ। आप रोए ना, मैं चले जाता ਉਹ हूँ। ਨਹੀਂ ਓਏ ਇੱਧਰ ਆ। ਵਕੀਲ ਸਾਹਿਬ ਇੱਧਰ ਆ ਜਾਓ, ਇੱਧਰ ਆ ਜਾਓ। चौरी परवेज पिंडर पौना, एडवोकेट हाई कोर्ट इन पेंट कोर्ट फ्रॉम शाहकोट। ਇਹ ਸਾਨੂੰ ਪਤਾ ਤੂੰ ਕੋਈ ਸੀਰੀ ਜਮਾ ਨਹੀਂ ਕਰਾਉਣਾ ਹੈ। और मैं बहुत पाए का वकील हूँ। अच्छा जी। और अल्लाह जनतों में घर करे, वालिद मोहतरम वो सिरी के वकील थे। ਵਾਲਦਾ ਤੇ ਫਿਰ पाए के ਤੇ ਵਾਲਦਾ ਤੇ ਫਿਰ ਉਹ ਜਿਹੜੀ ਦੀ ਜੱਜ ਹੋਏਗੀ। ਇਹ ਮੈਨੂੰ ਲੱਗਦਾ ਸਾਰਾ ਕੇਸ ਕਸਾਈ ਦੇ ਫੱਟੇ ਤੇ ਲੜਦੇ ਸੀ। ਇਹਨਾਂ ਦਾ ਚੈਂਬਰ ਵੀ ਫਸਲੇ ਹੱਕ ਦੇ ਕੋਲ ਹੀ ਹੋਣਾ ਫਿਰ। मुझे लगता है आप रोते रहेंगे, खुशियों वाली बात आपको सुनने की जरूरत ਹੁਣ नहीं। ਕਿਹੜੀਆਂ ਖੁਸ਼ੀਆਂ, ਅੱਬਾ ਮਰ ਗਿਆ। ਖੁਸ਼ੀਆਂ ਬਾਬਾ ਨਾਲ ਲੈ ਗਿਆ। ਜਿਹਦਾ ਪਿਓ ਮਰ ਜਾਏ, ਜਿਹਦੀ ਜਾਨ ਛੁੱਟ ਜਾਏ, ਜਿਹਨੂੰ ਚੋਟ ਲੱਗੇ ਉਹ ਜਾਣੇ। ਦੁਖੀ ਦਿਲ ਦਾ ਹਾਲ ਨਾ ਜਾਣੇ ਲੋਕ ਸਿਆਣੇ। ਆਏ ਨੈਸਰ ਭੱਟੀ। ਜੁਨੇਦ ਸਾਹਿਬ ਐਸਰ ਸੁਰੀਲਾ ਹੋਣ ਦੇ ਚੱਕਰ 'ਚ ਨਾ ਮੇਰੇ ਤੋਂ ਜ਼ਿਆਦਾ ਮੁਹੱਬਤ ਆ ਗਿਆ ਅੱਬਾ ਜੀ ਦੇ ਨਾਲ। ਹਾਲਾਂਕਿ ਅੱਬਾ ਜੀ ਨੂੰ ਗਾਣੇ ਇੰਨੇ ਪਸੰਦ ਨਹੀਂ ਸੀ। ਅੱਬਾ ਜੀ ਨੇ ਤੇ ਗਾਇਕੀ ਦੇ ਚੱਕਰ 'ਚ ਇਹਨੂੰ ਬਦਦੁਆ ਦੇ ਦੇਣੀ ਹੈ। ਇਹਦੀ ਮਾੜੀ ਮੋਟੀ ਅਗਰ ਬਚਤ ਹੋਈ ਨਾ ਤੇ ਭੱਟੀ ਸਾਹਿਬ ਦੀ ਵਜ੍ਹਾ ਤੋਂ ਹੋਣੀ ਹੈ। ਸਾਹਿਬ ਜੀ ਕੋਈ ਗੱਲ ਨਹੀਂ, ਉਹ ਗਾਈ ਜਾ ਰਹੇ, ਤੁਸੀਂ ਨੱਚੀ ਜਾਓ। ਵਕੀਲ ਸਾਹਿਬ ਵਸੀਅਤ ਲੈ ਕੇ ਆਇਓ। जी जी। ਯੈਸ, ਉਹਨੇ ਅੱਬਾ ਆਊਟ ਕਰਤਾ ਜੀ। मैं तो अब्बा जी की लाडली बहू थी, मेरे बगैर तो निवाला नहीं था उतरता उनके गले में। घर के बारे में अब्बा जी ने जो दिल की बात करनी होती थी मेरे से करते थे। नहीं, अगर दिल की बात आपसे करते तो वसीयत मुझे क्यों लिखवाई उन्होंने? जो आप सारों के मतलब दिल की बातें मुझसे करते थे ना, वो आपसे नहीं की हैं। ਅੱਛਾ ਵੀ ਇਹਦੀਆਂ ਗੱਲਾਂ ਤੋਂ ਲੱਗ ਰਿਹਾ ਸਾਡਾ ਸਕਾ ਪਿਓ ਨਹੀਂ ਸੀ, ਇਹਦਾ ਸਕਾ ਕਲਾਇੰਟ ਸੀ। भाई खामोश, मैं पहले मरहूम की वसीयत पढ़ना चाहता हूँ। ਮੈਨੂੰ ਕੁਝ ਨਹੀਂ ਚਾਹੀਦਾ, बस मैं ਮੈਨੂੰ ਕੁਝ ਨਹੀਂ ਚਾਹੀਦਾ। ਬਸ ਮੇਰੇ ਭਰਾ ਨੂੰ ਕੁਝ ਨਹੀਂ ਚਾਹੀਦਾ, ਫਿਰ ਤੇ ਗੱਲ ਹੀ ਮੁੱਕ ਗਈ। ਤੁਸੀਂ ਪੜੋ ਬਿਸਮਿल्लाह। आप तो रो रहे हैं ना वालिद साहब के मरने की वजह से, मैं इसलिए रो रहा हूँ। ਜੋ ਤੇਰਾ ਵੀ ਸੀ। मेरी हिस्ट्री का ये पहला केस है। मैंने कानून की किसी किताब में ऐसी वसीयत नहीं पढ़ी है।
मरहूम कहते हैं कि मैं अपनी जायदाद का वारिस उसको। अब्बू अब्बू मैं इस काबिल नहीं अब्बू। ओ इस काबिल नहीं, तू इधर आ। नहीं वकील मैं गल ही हुंदी है तू पढ़। इधर आ जा। आखिरी टाइम जरा तो सलूके च 1700 भी होगी मेरी बहन नु दे के गए। मरहूम कहते हैं कि मैं अपनी जायदाद का वारिस उसको बनाऊंगा जो मुझसे सबसे ज्यादा मोहब्बत करता होगा। वकील साहब, अब्बू ऐसी नहीं बोल वसीयत गया। हमने कभी देखी न सुनी न पढ़ी। आप इस बात को जज कैसे करेंगे कि मरहूम से कौन सा बेटा कितनी मोहब्बत करता है? मैं करना ये कैसे पता चलेगा? मैं ना ਅੱਬਾ ਜੀ ਦੇ ਦਿਲ 'ਚ ਧੜਕਦਾ ਸੀ। अच्छा ਅੱਬਾ ਜੀ ਦੇ ਸੀਨੇ 'ਚ ਜਦੋਂ ਦਿਲ ਧੜਕਦਾ ਸੀ ਨਾ हाँ। ਕਦੀ ਥੱਕ ਥੱਕ ਦੀ ਆਵਾਜ਼ ਨਹੀਂ ਸੀ ਆਂਦੀ। हाँ। ਅਬਦੁਲ ਹਕ हक ਦੀ ਆਵਾਜ਼ ਆਂਦੀ ਸੀ। अच्छा, आपका नाम अब्दुल्ला क्या है? ਹਾਂਜੀ लेकिन आपकी मोहब्बत फिर भी कम थी क्योंकि उनके दिल में बैटरी डल गई। ਬੂ ਇਹੋ ਜਿਹੀਆਂ ਗੱਲਾਂ ਤੇ ਦੱਸਦਾ। ਅੱਬਾ ਜੀ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ, ਰੋਜ਼ 100 ਵਾਰੀ ਮੈਨੂੰ ਕਹਿੰਦੇ ਸੀ ਜਮਸ਼ੇਦ 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 ਇਹ ਜਮਸ਼ੇਦ। ये अब्बा जी ने जमशेदा दी रेडी लाई सी। ਜੀ ਅੱਬਾ ਜੀ ਕੀੜੇ ਵਾਲੇ ਜਮਸ਼ੇਦ ਵੇਚਦੇ ਸੀ। ਔਰ ਅੱਬਾ ਜੀ ਆਖਰ ਤੇ ਕਹਿੰਦੇ ਸੀ ਜਮਸ਼ੇਦ 1 ਜਮਸ਼ੇਦ 2 ਜਮਸ਼ੇਦ 3। ਇਹ ਬੋਲੀ ਵਾਲਾ ਪੁੱਤਰ ਸੀ। मैं एक कानूनी नुक्ता वाजे कर दूं, सिर्फ 3 लोग रोएंगे, 2 उनके बेटे 1 बेटी, ताकि मुझे वाजे तो हो कि उनकी असल औलाद कौन सी है। ਸਹੀ ਕਹਿ ਰਹੇ ਨੇ ਬਾਕੀ ਜਿਹਨੇ ਰੋਣਾ ਮੁਫਤ ਰੋਣਾ ਹੀ ਕਿਸੇ ਨੂੰ ਕੱਖ ਨਹੀਂ ਮਿਲਣਾ। अगर बाकी रोए ना तो तुसी भी रोना, मैं टका नहीं देना। बेटा ठीक है, 1 बेटा, बेटी ਅੰਜੂ ਅੱਖੀਆਂ ਦੇ ਵੇੜੇ ਵਿੱਚ ਪਾਉਂਦੇ ਨੇ ਤਮਾਲਾਂ। मरासी। ओ भाई बात सुनो, अगर ये रोया ना तो मैं आपको 1 टका नहीं दूंगा। ਇਹਨੂੰ ਲਤੀਫੇ ਸੁਣਾ। ਬਹੁਤ ਪਿਆਰ ਕਰਦੇ ਸੀ ਅੱਬੂ ਜੀ ਮੇਰੇ ਨਾਲ, ਰੋਜ਼ ਮੈਨੂੰ ਨਵੇਂ। सबसे पहले आप मुझे ये बताएंगे ਜੀ ਮੇਰਾ ਪਿਆਰ ਤੇ ਸੁਣ ਲੈ ਸਾਲਿਆ। आपके साथ मोहब्बत का क्या अंदाज था उनका? ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਅੱਬਾ ਜੀ ਨੇ ਮੈਨੂੰ ਗੋਦ 'ਚ ਚੁੱਕਣਾ, ਮੈਨੂੰ ਬਦਾਮ ਖਵਾਉਣੇ, ਮੈਨੂੰ ਸ਼ਹਿਦ ਖਵਾਉਣਾ। जमशेद वो भी तो बताया ना, अब्बा जी अपनी बची हुई दवाइयाँ तुम्हें देते थे। 5 साल की उम्र में मेरे शौहर ने हार्ट की दवाई खाना शुरू कर दी थी, सिर्फ इसलिए कि अब्बा जी की बची हुई है। ਬਹੁਤ ਪਿਆਰ ਸੀ, ਮੈਂ ਬਹੁਤ ਪਿਆਰ ਸੀ ਅੱਬਾ ਜੀ ਦੇ ਇਹ ਨਾਲ। ਵੱਡਾ ਕੇ ਵੀ ਕਹਿ ਸਕਦਾ ਪੁਰਾਣੀਆਂ ਖੁਰਾਕਾਂ ਖਾਧੀਆਂ। अच्छा अब्दुल हक साहब। ਜਦੋਂ ਰੋਟੀ ਖਾਣੀ ਵਕੀਲ ਸਾਹਿਬ हाँ हाँ। ਇੱਥੇ ਸਾਲਨ ਦਾ ਛੰਨਾ ਰੱਖ ਲੈਣਾ, ਨਾਲ ਮੈਨੂੰ ਬਿਠਾ ਲੈਣਾ, ਬੁਰਕੀ ਲਾਣੀ, ਨਾਲ ਮੇਰਾ ਮੂੰਹ ਚੁੰਮਣਾ। ਅੱਬੂ ਅਰੇ ਨਾ ਵੀਰੇ, ਭੁੱਲਦੇ ਨਹੀਂ ਸਨ ਜਦੋਂ ਬੁਰਕੀ ਲਾਣੀ ਨਾਲ ਚੁੰਮੀ ਲੈਣੀ। ਇੱਕ ਦਿਨ ਪਤਾ ਨਹੀਂ ਕੀ ਹੋਇਆ, 2 ਬੁਰਕੀਆਂ ਲਾਈਆਂ ਵਿੱਚ ਚੁੰਮੀ ਨਹੀਂ ਲਈ। ਮੈਂ ਕਿਹਾ ਅੱਬਾ ਜੀ ਨਾਰਾਜ਼ ਹੋ? हाय। ਅੱਬੂ ਨਾਰਾਜ਼ ਅੱਬੂ ਨਾਰਾਜ਼। ਕਹਿੰਦਾ ਨਹੀਂ ਪੁੱਤ ਮੈਂ ਭੁੱਲ ਗਿਆ ਸੀ, ਮੈਨੂੰ ਉੱਥੋਂ ਲੱਗ ਗਿਆ ਸੀ। ਔਰ ਜ਼ਿੰਦਗੀ 'ਚ ਕਦੀ ਉਹਨਾਂ ਨੇ ਆਪਣਾ ਸਲਾਦ ਨਹੀਂ ਸੀ ਰੱਖਿਆ, ਔਲਾਦ ਨਹੀਂ ਰੱਖਿਆ ਉੱਥੇ। ਵਕੀਲ ਸਾਹਿਬ ਜੋ ਮੇਰੇ ਨਾਲ ਪਿਆਰ ਸੀ ਅੱਬਾ ਜੀ ਦਾ ਮੈਂ ਦੱਸ ਨਹੀਂ ਸਕਦਾ। ਰੋਜ਼ ਆਈਸਕ੍ਰੀਮ ਲੈ ਕੇ ਆਉਣਾ ਅੱਬਾ ਜੀ ਨੇ, ਐਡਾ ਵੱਡਾ ਡੱਬਾ, ਉਹਨੂੰ ਸੋਟੀ ਤੇ ਲਾ ਕੇ ਮੇਰੇ ਨਾਲ ਐਟਮਾਂ ਕਰਨੀਆਂ ਜਿਵੇਂ ਤੁਰਕੀ ਵਾਲੇ ਨਹੀਂ ਕਰਦੇ। वो ऐसे ऐसे। अच्छा। ਅੱਬਾ ਮੇਰਾ ਅੱਲਾ ਮਾਫ ਕਰੇ ਡਾਂਸਰ ਨਹੀਂ ਸੀ। मैं समझता था उनको, वो आपके सामने नहीं करते थे। ਭਾਈ ਬਹੁਤ ਪਿਆਰ ਕਰਨਾ, ਮੈਨੂੰ ਝਾਕੇ ਦੇਣੇ ਆ, ਮੈਂ ਨਹੀਂ ਫੜਨੀ ਇੱਧਰ ਕਰ ਲੈਣੀ, ਮੈਂ ਨਹੀਂ ਫੜਨੀ ਇੱਧਰ ਕਰ ਲੈਣੀ। ਫਿਰ ਅਖੀਰ ਆਪ ਲਾ ਕੇ ਮੈਨੂੰ ਪੇਸ਼ ਕਰਨੀ हाय। ਔਰ ਚਮਚੀਆਂ ਨੇ ਮੇਰੇ ਮੂੰਹ 'ਚ ਪਾਉਣੀ ਆਈਸਕ੍ਰੀਮ। ਪੁੱਤਰਾਂ ਨੂੰ ਤੇ ਦੱਸਣਾ ਪੈ ਰਿਹਾ ਹੈ, ਲੇਕਿਨ ਧੀਆਂ ਦੀ ਮੁਹੱਬਤ ਦਾ ਪਿਓ ਕਦੀ ਵੀ ਨਹੀਂ ਦੱਸਦਾ। ਜਦੋਂ ਬਾਥਰੂਮ ਜਾਣਾ ਮੈਨੂੰ ਆਵਾਜ਼ ਦੇਣੀ, ਪੁੱਤ ਮੋਟਰ ਚਲਾ ਦੇ। ਅੱਬੂ ਨਾ ਕਰੋ। ਇਹ ਤੇ ਔਲਾਦ ਨੇ ਸਾਨੂੰ ਕਦੀ ਨੌਕਰ ਨਹੀਂ ਸਮਝਿਆ। ਰੋਟੀ ਖਾਣੀ ਸਾਨੂੰ ਸਾਹਮਣੇ ਪਾ ਕੇ ਸਾਡੇ ਮੂੰਹ 'ਚ ਇੰਜ ਬੁਰਕੀਆਂ ਪਾਣੀਆਂ ਜਿਵੇਂ ਨਦੀਮ ਸ਼ਬਨਮ ਦੇ ਮੂੰਹ 'ਚ ਬੁਰਕੀ ਪਾਉਂਦਾ ਹੈ। ਕਹਿਣਾ ਤੀਜਾ ਪੁੱਤਰ ਹੈ। अब्बा जी मेरे से इतना प्यार करते थे, कहते थे मेरा बचा हुआ खाना ये खाएगी सिर्फ। ਇਹ ਪਹਿਲੀ ਬੁਰਕੀ ਤੋਂ ਬਾਅਦ ਹੀ ਕਹਿੰਦੇ ਸੀ ਬਚ ਗਿਆ। और रुके रुके जरा 1 सेकंड। ਹਾਂਜੀ लेने वाली बातें तो याद है, ये जो देने वाली बात है ये किसी के ज़हन में है? ਇਹ ਕੀ ਹੈ? आपके वालिद की कुल जायदाद 1.25 करोड़ की थी ਹਾਂਜੀ और वो मकरूज थे 2.25 करोड़ के। ਅੱਬੂ तो वो जो सबसे ज्यादा मोहब्बत करता है बेटा, ਹਾਂਜੀ वो उनका कर्जा अदा करेगा। ਮੈਨੂੰ ਤਾਂ ਕਦੀ ਉਹਨਾਂ ਪਿਆਰ ਹੀ ਨਹੀਂ ਕੀਤਾ, ਮੈਨੂੰ ਠੁੱਡੇ ਮਾਰਦੇ ਸੀ। ਤੁਹਾਨੂੰ ਪਤਾ ਮੈਂ ਜਦੋਂ ਪੈਦਾ ਹੋਇਆ ਮੇਰੇ ਚਪੇੜ ਮਾਰੀ ਉਹਨਾਂ ਨੇ। तो जेड़ा गोदी च चुकदे सी। ਉਹ ਮੈਨੂੰ ਜਦੋਂ ਚੁੱਕਦੇ ਸੀ ਭਾਣ, ਮੈਂ ਛੀ ਕਰਦਾ ਸੀ, ਉਹ ਥੱਲੇ ਸੁੱਟ ਦਿੰਦੇ ਸੀ। ਔਰ ਦਿਹਾੜੀ 'ਚ 6-7 ਵਾਰੀ ਕਰਦਾ ਸੀ। और वो आपको जो खाना खिलाते थे? ਜਦੋਂ ਰੋਟੀ ਖਾਣੀ ਮੈਨੂੰ ਕਹਿੰਦਾ ਚਲੋ ਭਾਜਾ ਬਾਹਰ। नहीं नहीं, वो तो आप कह रहे थे वो आपकी चुम्मियां लेते थे ਵਕੀਲ ਸਾਹਿਬ ਤੁਸੀਂ ਵਸੀਅਤ ਵੀ ਲਿਖ ਦਿਓ ਕਿ ਨਾਲ ਚੁੰਮੀਆਂ ਵੀ ਲਿਖੀ ਜਾਣ ਦੇ। और आप बची हुई दुआएं खाते थे। ਉਹ ਤੇ ਮੇਰੇ ਮੇਦੇ ਦਰਦ ਸੀ, ਮੈਂ ਆਪਣੀ ਖਾਂਦਾ ਚਵਲਾ ਮਾਰਨ ਡਈ। लेकिन अब जो कर्जे की बातें आई, सारी मोहब्बत वाली बातें नफरत में बदल गई। ਉਹ ਯਾਰ ਕਿਹੜਾ ਕੋਈ ਮੁਹੱਬਤ ਨਹੀਂ ਸੀ, ਸਾਨੂੰ ਤਾਂ ਵੈਸੇ ਨਹੀਂ ਸੀ ਘਰ ਫਿਰਦਾ ਚੰਗਾ ਲੱਗਦਾ।
और नौकर पेशा धक्के के पुत्र तुम। 24 घंटे सानू लानता मिलदी इस घर चो। एक दफा मेरे को गुलदान की टूट गया, साह परा ने मेरी चमड़ी ला के रखती। शुक्र है जदाद च साडा हिस्सा कोई ਵਕੀਲ ਸਾਹਿਬ ਤੁਹਾਨੂੰ ਪਤਾ ਮੇਰੇ ਵਾਲ ਸਾਹਿਬ ਕਹਿੰਦੇ ਤੂੰ ਤੇ ਮੇਰਾ ਹੈ ਹੀ ਨਹੀਂ। ਉਹ ਤਾਂ ਮੈਨੂੰ ਅਕਸਰ ਕਹਿੰਦੇ ਤੈਨੂੰ ਨਹਿਰ ਤੋਂ ਖਰੀਦਿਆ, ਮੇਰੇ ਕੰਨਾਂ ਤੇ ਛਲੇਸ਼ ਲੱਗੀ ਸੀ। ਮੈਨੂੰ ਤਾਂ ਸਾਰੀ ਜ਼ਿੰਦਗੀ ਉਹਨਾਂ ਨੇ ਕਲੇਮ ਹੀ ਨਹੀਂ ਕੀਤਾ ਕਿ ਤੂੰ ਮੇਰਾ ਪੁੱਤਰ ਹੈ। ਮੈਨੂੰ ਤੇ ਚੰਗਾ ਹੀ ਨਹੀਂ ਸੀ ਸਮਝਦੇ। ਮੈਂ ਸੁੱਤਾ ਹੋਣਾ ਲੰਘਦਿਆਂ ਛੰਡ ਮਾਰ ਦੇਣੀ, ਮੂੰਹ ਉਧਰ ਕਰ। ਚੁੱਪ ਕਰੋ, ਲਾਲਚ ਦੇ ਵਡਾਵੇ ਹੋ। ਵਕੀਲ ਸਾਹਿਬ, हाँ जी। ਮੇਰਾ ਪਿਓ ਮਕਰੂਜ਼ ਸੀ ਨਾ, ਮੈਂ ਆਪਣੀ ਪਿਓ ਦੀ ਧੀ ਆ ਤੇ ਆਪਣਾ ਮਕਾਨ ਵੇਚ ਕੇ ਆਪਣੇ ਪਿਓ ਦਾ ਕਰਜ਼ਾ ਲਾਵਾਂਗੀ ਤਾਂ ਕਿ ਉਹਦੀ ਆਖਰਤ ਠੀਕ ਹੋ ਜਾਏ। ਬਾਜੀ ਬਰਾਬਰ ਬਾਜੀ 2 ਲੱਖ ਮੈਨੂੰ ਵੀ ਦੇ ਦੇ। तो बस साबित हो गया कि बेटी बाप से सद से ज्यादा मोहब्बत करती थी और मोहब्बत का मेरे पास पैमाना नहीं था, इसलिए चेक करने के लिए कर्जे की बस बात ही की थी। उनके सर पे कोई कर्जा नहीं था और आपकी इतला के लिए अर्जा वो 13 करोड़ की प्रॉपर्टी के मालिक थे। गुलबर्ग में उनके 2 प्लाजे हैं ਸਭ ਤੋਂ ਲਾਡਲਾ ਮੈਂ ਆ। और जो बेटी है ये जायदाद की हकदार है। ਮੈਨੂੰ ਸਾਰੀ ਜ਼ਿੰਦਗੀ ਬੇਟੀਆਂ ਵਾਂਗੂ ਪਿਆਰ ਕੀਤਾ ਉਹਨਾਂ ਨੇ। लेकिन मैं एक और बात क्लियर कर दूं, ਹਾਂਜੀ उनका कहना था कि मेरी बेटी के सर पे कोई नहीं है, लिहाजा तुम मेरी बेटी का आसरा बनना और इससे शादी कर लेना। ਬਾਜੀ ਇਹ ਵਕੀਲ ਨੇ ਪੱਲਿਓਂ ਲਿਖਿਆ, ਸਾਨੂੰ ਨਹੀਂ ਪਤਾ। और एक बात याद रखना, ਹਾਂਜੀ मैं सिर्फ जायदाद की वजह से ये रिस्क अजीम ले रहा हूं। ਕਾਸ਼ ਅਸੀਂ ਵੀ ਭੈਣ ਕਿਸੇ ਵਕੀਲ ਨਾਲ ਵਿਆਹੀ ਹੁੰਦੀ।